गुड मॉर्निंग स्टूडेंट्स ਅੱਜ ਜਿਹੜਾ ਤੁਹਾਡਾ ਚੈਪਟਰ ਹੋਏਗਾ ਉਹ ਸੈਕਿੰਡ ਸਟਾਰਟ ਕਰਨਾ ਹੈ। ਸੈਕਿੰਡ ਚੈਪਟਰ ਦੇ ਵਿੱਚ ਕੀ ਟੌਪਿਕ ਕਵਰ ਹੋਣਗੇ ਉਹਨਾਂ ਬਾਰੇ ਡਿਸਕਸ ਕਰਨਾ ਹੈ। ਫਸਟ ਚੈਪਟਰ ਆ ਜਿਹੜਾ ਤੁਹਾਡਾ ਕੰਪਲੀਟ ਹੋ ਗਿਆ ਸੀ, ਹੁਣ ਸੈਕਿੰਡ ਚੈਪਟਰ ਆ ਜਿਹੜਾ ਮੈਂ ਸਟਾਰਟ ਕਰੂੰਗੀ। ਸੋ ਫਸਟ ਤੇ ਦੇਖੋ, ਨੇਮ ਸਟਰਕਚਰ ਆਫ ਬਿਜ਼ਨਸ, ਯਾਨੀ ਕਿ ਕਾਰੋਬਾਰ ਦਾ ਢਾਂਚਾ। ਠੀਕ ਹੈ ਵੀ ਬਿਜ਼ਨਸ ਦਾ ਜਿਹੜਾ ਮੇਨ ਸਟਰਕਚਰ ਆ ਉਹ ਕੀ ਹੋਏਗਾ। ਤਾਂ ਇਹਦੇ ਵਿੱਚ ਜ਼ਿਆਦਾਤਰ ਇਨਫੋਰਮੇਸ਼ਨ ਹੈ ਜਿਹੜੀ ਬਿਜ਼ਨਸ ਦੇ ਸਟਰਕਚਰ ਨਾਲ, ਉਹਦੇ ਢਾਂਚੇ ਦੇ ਨਾਲ ਹੀ ਜੁੜੀ ਹੋਈ ਆ। ਤਾਂ ਦੇਖੋ, ਸਟਰਕਚਰ ਆਫ ਬਿਜ਼ਨਸ ਐਕਟੀਵਿਟੀਜ਼ ਇੰਪਲਾਈਜ਼ ਦੈਟ ਦਾ ਵੇ ਦਾ ਬਿਜ਼ਨਸ ਇਜ਼ ਔਰਗੇਨਾਈਜ਼ਡ, ਯਾਨੀ ਕਿ ਬਿਜ਼ਨਸ ਦੇ ਕੰਮ ਕਰਨ ਦੇ ਤਰੀਕੇ ਨੂੰ, ਉਹਦੇ ਵਿੱਚ ਕਿੰਨਾ ਕੁਛ ਲਗਾਇਆ ਜਾਂਦਾ, ਕੀ ਉਹਦੇ ਵਿੱਚ ਜਮ੍ਹਾਂ ਹੁੰਦਾ, ਕੀ ਉਹਦੇ ਸਟਰਕਚਰ ਆ, ਕੀ ਉਹਦਾ ਢਾਂਚਾ। ਠੀਕ ਹੈ, ਇਹ ਸਾਰਾ ਰੈਫਰ ਕਰਦਾ ਕਿਹਨੂੰ, ਬਿਜ਼ਨਸ ਦੀਆਂ ਕੈਟਾਗਰੀਜ਼ ਨੂੰ ਰੈਫਰ ਕਰਦਾ। ਠੀਕ ਹੈ, ਕਈ ਸਾਰੀਆਂ ਕੈਟਾਗਰੀਜ਼ ਆ ਜਿਹੜੀਆਂ ਉਹ ਬਿਜ਼ਨਸ ਦੇ ਵਿੱਚ ਲਾਗੂ ਹੁੰਦੀਆਂ, ਬਰੋਡ ਕੈਟਾਗਰੀਜ਼, ਯਾਨੀ ਕਿ ਕਾਫੀ ਵੱਡੀਆਂ ਕੈਟਾਗਰੀਜ਼ ਆ ਜਿਹੜੀਆਂ ਉਹ ਬਿਜ਼ਨਸ ਦੇ ਵਿੱਚ ਇਨਵੋਲਵ ਹੁੰਦੀਆਂ। ਤਾਂ ਦੇਖੋ, ਮੇਨ ਇਹ 3 ਬੇਸਿਕ ਕੈਟਾਗਰੀਜ਼ ਆ, ਸਾਈਜ਼ ਦੇ ਅਕੋਰਡਿੰਗ, ਠੀਕ ਹੈ, ਓਨਰਸ਼ਿਪ ਦੇ ਅਕੋਰਡਿੰਗ ਔਰ ਫੰਕਸ਼ਨ ਦੇ ਅਕੋਰਡਿੰਗ, ਯਾਨੀ ਕਿ ਇੱਕ ਆਕਾਰ ਦੇ ਆਧਾਰ 'ਤੇ, ਠੀਕ ਹੈ, ਮਾਲਕੀ ਦੇ ਆਧਾਰ 'ਤੇ ਔਰ ਕੰਮ ਦੇ ਆਧਾਰ 'ਤੇ। ਜਾਂ ਵੈਸੇ ਕਹਿ ਸਕਦੇ ਕਿ ਇਹਨਾਂ ਨੂੰ ਕਲਾਸੀਫਾਈ ਕੀਤਾ ਜਾਂਦਾ 3 ਐਕਟੀਵਿਟੀਜ਼ ਦੇ ਵਿੱਚ, ਜਿਹੜੀਆਂ ਕਿ ਬਿਜ਼ਨਸ ਦੇ ਵਿੱਚ ਹਮੇਸ਼ਾ ਚੱਲਦੀਆਂ ਰਹਿੰਦੀਆਂ। ਤਾਂ ਫਸਟ ਦੇਖੋ, ਔਨ ਦਾ ਬੇਸਿਸ ਆਫ ਸਾਈਜ਼। ਠੀਕ ਹੈ, ਔਨ ਦਾ ਬੇਸਿਸ ਆਫ ਸਾਈਜ਼ ਦੀ ਗੱਲ ਕਰਦੇ ਹਾਂ ਫਸਟ। 'ਤੇ ਇਹ 2 ਟਾਈਪ ਦੇ ਹੋਣਗੇ, ਸਮੋਲ ਸਾਈਜ਼ ਹੋਏਗਾ, ਇੱਕ ਲਾਰਜ ਸਾਈਜ਼ ਹੋਏਗਾ। ਠੀਕ ਹੈ, ਤਾਂ ਦੇਖੋ ਸਭ ਤੋਂ ਪਹਿਲਾਂ ਸਮੋਲ ਸਾਈਜ਼ ਦੇ ਬਾਰੇ ਦੇਖਦੇ ਹਾਂ। ਸਮੋਲ ਸਾਈਜ਼ ਦੇ ਵਿੱਚ ਕੀ ਹੋਏਗਾ ਕਿ ਜਿਹੜੀ ਇਨਵੈਸਟਮੈਂਟ ਕਰਾਂਗੇ ਉਹ ਥੋੜ੍ਹੀ ਜਿਹੀ ਸਮੋਲ ਹੋਏਗੀ। ਠੀਕ ਹੈ, ਜਾਂ ਕਹਿ ਸਕਦੇ ਹਾਂ ਅਕੋਰਡਿੰਗ ਟੂ ਦਾ MSMED, ਠੀਕ ਹੈ, ਐਕਟ। ਇਹ ਐਕਟ ਬਣਿਆ ਸੀਗਾ ਕਮਰਸ਼ੀਅਲ ਲਾਅ ਦੇ ਅਕੋਰਡਿੰਗ, ਠੀਕ ਹੈ, ਬਿਜ਼ਨਸ ਲਾਅ ਦੇ ਅਕੋਰਡਿੰਗ, ਕਿ 2006 ਦੇ ਵਿੱਚ ਜੋ ਵੀ ਯੂਨਿਟ ਆ ਜਿਹੜੀ ਉਹ, ਚਾਹੇ ਉਹ ਛੋਟੀ ਹੈ ਚਾਹੇ ਵੱਡੀ ਆ, ਉਹਨੂੰ ਸਟਾਰਟ ਕਰਨ ਤੋਂ ਪਹਿਲਾਂ ਇੱਕ ਲਿਮਿਟ ਬਣਾ ਦਿੱਤੀ ਜਾਂਦੀ ਸੀਗੀ ਵੀ ਇੰਨਾ ਪੈਸਾ ਲਗਾ ਸਕਦੇ ਹੋ ਤੁਸੀਂ ਕਿਸੇ ਵੀ ਬਿਜ਼ਨਸ ਦੇ ਵਿੱਚ, ਉਸ ਤੋਂ ਜ਼ਿਆਦਾ ਨਹੀਂ। ਜੇ ਉਸ ਤੋਂ ਜ਼ਿਆਦਾ ਲਗਾਉਣਾ ਹੈ ਤਾਂ ਤੁਸੀਂ ਜ਼ਿਆਦਾ ਜਿਹੜਾ ਬਰੋਡ ਬਿਜ਼ਨਸ ਆ ਉਹਨੂੰ ਕੈਰੀ ਕਰ ਸਕਦੇ ਹੋ। ਤਾਂ ਦੇਖੋ, ਇਨਵੈਸਟਮੈਂਟ ਆ ਜਿਹੜੀ, ਜਦੋਂ ਪਲਾਂਟ ਔਰ ਮਸ਼ੀਨਰੀ, ਯਾਨੀ ਕਿ ਕਿਸੇ ਬਿਲਡਿੰਗ ਦੇ ਵਿੱਚ ਜਾਂ ਕਿਸੇ ਮਸ਼ੀਨ ਨੂੰ ਖਰੀਦਣ ਦੇ ਵਿੱਚ ਕਿੰਨੀ ਹੋਣੀ ਚਾਹੀਦੀ ਆ, ਉਹ ਜ਼ਿਆਦਾ ਨਹੀਂ ਹੋਣੀ ਚਾਹੀਦੀ। ਕਿਸ ਤੋਂ? 5 ਕਰੋੜ ਤੋਂ। ਪਲਾਂਟ ਐਂਡ ਮਸ਼ੀਨਰੀ ਡਜ਼ ਨਾਟ ਐਕਸੀਡ 5 ਕਰੋੜ। ਕਾਹਦੇ ਵਿੱਚ? ਸਮਾਨ ਬਣਾਉਣ ਦੇ ਵਿੱਚ, ਮੈਨੂਫੈਕਚਰਿੰਗ ਯੂਨਿਟਸ ਦੇ ਵਿੱਚ, ਯਾਨੀ ਕਿ ਉਤਪਾਦਨ ਸੈਕਟਰ ਦੇ ਵਿੱਚ ਜਦੋਂ ਪੈਸਾ ਲਗਾਉਣਾ ਹੈ ਛੋਟੇ ਸਕੇਲ 'ਤੇ, ਸਮਾਲ ਸਕੇਲ 'ਤੇ, ਠੀਕ ਹੈ, ਸਕੇਲ ਦੇ ਵਿੱਚ, ਜਿਹਨੂੰ ਆਪਾਂ ਛੋਟੇ ਪੈਮਾਨੇ ਦਾ ਕਹਿ ਦਿੰਦੇ ਹਾਂ, ਇਹਦੇ ਵਿੱਚ ਜਦੋਂ ਪੈਸਾ ਲਗਾਉਣਾ ਹੈ ਉਤਪਾਦਨ ਵਾਲੇ ਸੈਕਟਰ, ਮੈਨੂਫੈਕਚਰਿੰਗ ਸੈਕਟਰ ਦੇ ਵਿੱਚ, ਤਾਂ 5 ਕਰੋੜ ਹੋਣਾ ਚਾਹੀਦਾ। ਹਾਂ, ਦੂਸਰੀ ਤਰਫ ਜੇ ਸਰਵਿਸ ਯੂਨਿਟ ਆ, ਕੋਈ ਸਰਵਿਸ ਸੈਕਟਰ ਕੋਈ ਚੱਲ ਰਿਹਾ, ਠੀਕ ਹੈ, ਤਾਂ ਉਹ ਕਿੰਨਾ ਹੋਣਾ ਚਾਹੀਦਾ ਹੈ? ਉਹ ਮੈਕਸੀਮਮ ਜਿਹੜਾ 2 ਕਰੋੜ ਹੋਣਾ ਚਾਹੀਦਾ, ਇਸ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਨੈਕਸਟ ਹੈ ਲਾਰਜ ਸਕੇਲ। ਲਾਰਜ ਸਕੇਲ ਆ ਜਿਹੜਾ, ਹੁਣ ਇਹ ਤਾਂ ਸੀਗੀ ਸਮੋਲ ਸਕੇਲ ਦੇ ਵਿੱਚ ਵੀ 5 ਕਰੋੜ ਤਾਂ ਹੋਏਗਾ ਮੈਨੂਫੈਕਚਰਿੰਗ ਦੇ ਲਈ, ਠੀਕ ਹੈ, ਔਰ 2 ਕਰੋੜ ਹੋਏਗਾ ਸਰਵਿਸ ਸੈਕਟਰਸ ਦੇ ਲਈ। ਦੂਸਰੀ ਤਰਫ ਲਾਰਜ ਸਕੇਲ ਦੀ ਜਦੋਂ ਗੱਲ ਕਰੀਏ ਤਾਂ ਇਹਦੇ ਵਿੱਚ ਮੈਨੂਫੈਕਚਰਿੰਗ ਜਿਹੜੀ ਯੂਨਿਟ ਆ ਉਹ ਹੋਣੀ ਚਾਹੀਦੀ ਆ 10 ਕਰੋੜ ਤੋਂ ਜ਼ਿਆਦਾ। ਠੀਕ ਹੈ, ਕਿਉਂਕਿ ਲਾਰਜ ਸਕੇਲ ਆ ਤਾਂ ਇਹਦੇ ਵਿੱਚ ਜਿਹੜੀ ਇਨਵੈਸਟਮੈਂਟ ਹੋਏਗੀ ਉਹ ਮੈਨੂਫੈਕਚਰਿੰਗ ਯੂਨਿਟ ਦੇ ਵਿੱਚ 10 ਕਰੋੜ, ਯਾਨੀ ਕਿ ਵੱਡੇ ਪੈਮਾਨੇ ਦੀ ਗੱਲ ਕਰਦੇ ਹਾਂ ਤਾਂ 10 ਕਰੋੜ ਤੋਂ ਜ਼ਿਆਦਾ ਕਰ ਸਕਦੇ ਆ ਪੈਸਾ ਜਮ੍ਹਾਂ, ਪੈਸਾ ਲਗਾ ਸਕਦੇ ਆ। ਔਰ ਸਰਵਿਸ ਦੇ ਸੈਕਟਰ ਦੇ ਵਿੱਚ ਕਿੰਨਾ ਹੋ ਸਕਦਾ? 5 ਕਰੋੜ, ਯਾਨੀ ਕਿ ਜ਼ਿਆਦਾ ਪੈਸਾ ਲਗਾ ਸਕਦੇ ਆ, 10 ਕਰੋੜ ਔਰ 5 ਕਰੋੜ। ਉਤਪਾਦਨ ਵਾਲੀ ਸਾਈਡ 10 ਔਰ ਸਰਵਿਸ ਵਾਲੀ ਸਾਈਡ 5 ਕਰੋੜ। ਅੱਗੇ ਹੈਗਾ ਔਨ ਦੀ ਬੇਸਿਸ ਆਫ ਓਨਰਸ਼ਿਪ, ਮਾਲਕੀਅਤ। ਠੀਕ ਹੈ, ਮਾਲਕੀਅਤ ਦੇ ਆਧਾਰ 'ਤੇ ਕਹਿੰਦੇ ਵੀ ਕਿਸ ਤਰੀਕੇ ਨਾਲ ਜਿਹੜਾ ਪੈਸਾ ਹੈ ਉਹ ਲਗਾਇਆ ਜਾ ਸਕਦਾ ਹੈ। ਮਾਲਕੀਅਤ ਆ ਜਿਹੜੀ ਉਹ 2 ਤਰ੍ਹਾਂ ਦੀ ਹੁੰਦੀ ਹੈ, ਇੱਕ ਤਾਂ ਪਬਲਿਕ, ਜਿਹਨੂੰ ਆਪਾਂ ਪਬਲਿਕ ਸੈਕਟਰ ਕਹਿ ਦਿੰਦੇ ਹਾਂ, ਯਾਨੀ ਕਿ ਗੌਰਮੈਂਟ ਸੈਕਟਰ ਕਹਿ ਦਿੰਦੇ ਹਾਂ, ਇੱਕ ਆਪਾਂ ਕਹਿ ਦਿੰਦੇ ਹਾਂ ਪ੍ਰਾਈਵੇਟ ਸੈਕਟਰ। ਇਹ ਹਮੇਸ਼ਾ 2 ਤਰ੍ਹਾਂ ਦੇ ਹੀ ਹੋਣਗੇ ਓਨਰਸ਼ਿਪ ਦੇ ਕੇਸ ਦੇ ਵਿੱਚ। ਜਦੋਂ ਗੱਲ ਹੋ ਜੇ ਪਬਲਿਕ ਸੈਕਟਰ ਦੀ, ਪਬਲਿਕ ਸੈਕਟਰ ਉਹ ਹੋਣਗੇ ਜਿਹਦੇ ਵਿੱਚ ਗਵਰਨਮੈਂਟ ਨੇ ਕੁਝ ਪਰਸੈਂਟ ਆ ਜਿਹੜੇ ਆਪਣੀ ਹਿੱਸੇਦਾਰੀ ਰੱਖੀ ਹੋਵੇ, ਜਾਂ ਕਹਿ ਸਕਦੇ ਹਾਂ ਜਿਹਦੇ ਵਿੱਚ ਸਾਰਾ ਜਿਹੜਾ ਕੰਮ ਆ ਪਬਲਿਕ ਦੇ ਭਲਾਈ ਦੇ ਲਈ, ਜਨਤਾ ਦੀ ਭਲਾਈ ਦੇ ਲਈ ਕੀਤਾ ਜਾਂਦਾ ਹੋਵੇ, ਉਹਨੂੰ ਆਪਾਂ ਪਬਲਿਕ ਸੈਕਟਰ ਕਹਿ ਦਿੰਦੇ ਹਾਂ। ਜਿਵੇਂ ਗਵਰਨਮੈਂਟ ਸਕੂਲ ਹੋ ਗਏ, ਗਵਰਨਮੈਂਟ ਹੌਸਪੀਟਲਸ ਹੋ ਗਏ, ਗਵਰਨਮੈਂਟ ਰੋਡਸ ਹੋ ਗਏ, ਠੀਕ ਹੈ, ਜਾਂ ਹੌਸਪੀਟਲਸ, ਇਹ ਸਾਰੀਆਂ ਚੀਜ਼ਾਂ ਕੀ ਹੋ ਜਾਣਗੀਆਂ? ਪਬਲਿਕ ਸੈਕਟਰ ਹੋਣਗੀਆਂ। ਤਾਂ ਦੇਖੋ, ਆ ਬਿਜ਼ਨਸ ਓਨ ਬਾਈ ਸਟੇਟ ਔਰ ਸੈਂਟਰ ਗਵਰਨਮੈਂਟ ਜੁਆਇੰਟਲੀ, ਸਟੇਟ ਔਰ ਸੈਂਟਰ ਗਵਰਨਮੈਂਟ ਆ ਜਦੋਂ ਮਿਲ ਕੇ ਕੋਈ ਬਿਜ਼ਨਸ ਨੂੰ ਕੈਰੀ ਕਰ ਲੈਂਦੇ ਆ, ਲੈ ਲੈਂਦੇ ਆ, ਚਲਾ ਲੈਂਦੇ ਆ, ਤਾਂ ਉਹਨੂੰ ਕਹਿ ਦਿੰਦੇ ਆਪਾਂ
ਪਬਲਿਕ ਸੈਕਟਰ ਮਿਲ ਕੇ ਏਜੰਸੀਜ਼ ਵਗੈਰਾ ਦੇ ਨਾਲ ਕੈਰੀ ਕਰ ਲੈਂਦੇ ਆ, ਉਹਨਾਂ ਨਾਲ ਮਿਲ ਜਾਂਦੇ ਆ, ਉਹਨੂੰ ਆਪਾਂ ਪਬਲਿਕ ਸੈਕਟਰ ਬੋਲਦੇ ਹਾਂ। ਦੂਸਰੀ ਤਰਫ ਗੱਲ ਕਰਦੇ ਹਾਂ ਜਦੋਂ ਪ੍ਰਾਈਵੇਟ ਸੈਕਟਰ ਦੀ, ਤਾਂ ਪ੍ਰਾਈਵੇਟ ਸੈਕਟਰ ਉਹ ਹੋਏਗਾ ਜਿਹਨੂੰ ਕਿਸੇ ਐਂਟਰਪ੍ਰਾਈਜ਼ ਦੁਆਰਾ ਜਾਂ ਬਿਜ਼ਨਸ ਔਰਗੇਨਾਈਜੇਸ਼ਨ ਨੇ ਕਿਸੇ ਨੇ ਚਲਾਇਆ ਹੋਵੇ, ਕਿਸੇ ਸੈਂਟਰ ਦੁਆਰਾ ਨਹੀਂ, ਜਾਂ ਕਹਿ ਸਕਦੇ ਹਾਂ ਦ ਬਿਜ਼ਨਸ ਯੂਨਿਟ ਓਨਡ ਬਾਈ ਔਰਗੇਨਾਈਜੇਸ਼ਨ ਅਦਰ ਦੈਨ, ਕਿਸ ਤੋਂ ਇਲਾਵਾ, ਠੀਕ ਹੈ, ਸੈਂਟਰਲ ਔਰ ਸਟੇਟ ਗੌਰਮੈਂਟ, ਸੈਂਟਰ ਔਰ ਸਟੇਟ ਗੌਰਮੈਂਟ ਤੋਂ ਇਲਾਵਾ ਜਿਸ ਕਿਸੇ ਨੇ ਵੀ ਪਬਲਿਕ ਸੈਕਟਰ ਨੂੰ ਸਟਾਰਟ ਕੀਤਾ ਹੋਵੇ, ਕਿਸੇ ਦੂਸਰੀ ਯੂਨਿਟ ਦੇ ਪਰਸਨ ਨੇ ਸਟਾਰਟ ਕੀਤਾ ਹੋਵੇ, ਜਾਂ ਕਿਸੇ ਨੋਰਮਲ ਪਬਲਿਕ ਨੇ, ਹਿੰਦੂ ਅਨਡਿਵਾਈਡਡ ਫੈਮਿਲੀ ਨੇ ਕੀਤਾ ਹੋਵੇ, ਕਿਸੇ ਸੁਸਾਇਟੀ ਨੇ ਕੀਤਾ ਹੋਵੇ, ਦੋ ਪਾਰਟਨਰਸ ਨੇ ਮਿਲ ਕੇ ਕੀਤਾ ਹੋਵੇ, ਕਿਸੇ ਪ੍ਰਾਈਵੇਟ ਸੈਕਟਰ ਨੇ ਕੀਤਾ ਹੋਵੇ ਸਟਾਰਟ, ਠੀਕ ਹੈ, ਜਿਹਦੇ ਵਿੱਚ ਗਵਰਨਮੈਂਟ ਦਾ ਕੋਈ ਰੋਲ ਨਹੀਂ ਹੈ, ਉਹਨੂੰ ਆਪਾਂ ਪ੍ਰਾਈਵੇਟ ਸੈਕਟਰ ਕਹਿ ਦਿੰਦੇ ਹਾਂ। ਇਹਦਾ ਮੇਨ ਮਕਸਦ ਹੁੰਦਾ ਪ੍ਰਾਈਵੇਟ ਸੈਕਟਰ ਦਾ ਪੈਸਾ ਅਰਨ ਕਰਨਾ, ਇਹਦਾ ਹੋਏਗਾ ਸਰਵਿਸ ਪ੍ਰੋਵਾਈਡ ਕਰਨਾ, ਠੀਕ ਹੈ, ਕਿਹਨੂੰ ਪ੍ਰੋਵਾਈਡ ਕਰਨਾ, ਨੋਰਮਲ ਆਪਣੀ ਪਬਲਿਕ ਨੂੰ, ਠੀਕ ਹੈ। ਸੋ ਇਹ ਦੋ ਸੀਗੇ ਓਨਰਸ਼ਿਪ ਦੇ ਅਕੋਰਡਿੰਗ। ਹੁਣ ਜਿਹੜਾ ਲਾਸਟ ਰਹਿ ਗਿਆ, ਬਿਲਕੁਲ ਲਾਸਟ ਪੁਆਇੰਟ ਆ ਜਿਹੜਾ, ਠੀਕ ਹੈ, ਉਹ ਹੋਏਗਾ ਔਨ ਦੀ ਬੇਸਿਸ ਆਫ ਫੰਕਸ਼ਨਸ, ਫੰਕਸ਼ਨਸ ਦੇ ਅਕੋਰਡਿੰਗ। ਫੰਕਸ਼ਨਸ ਦੇ ਅਕੋਰਡਿੰਗ ਜਿਹੜੇ ਕੈਟਾਗਰੀਜ਼ ਆ ਉਹ ਦੋ ਤਰ੍ਹਾਂ ਦੇ ਨਾਲ ਡਿਵਾਈਡ ਕੀਤੀਆਂ ਗਈਆਂ, ਇੰਡਸਟਰੀ ਔਰ ਕਮਰਸ। ਇਹਨਾਂ ਨੂੰ ਆਪਾਂ ਕੱਲ੍ਹ ਦੇ ਲੈਕਚਰ ਦੇ ਵਿੱਚ ਕਾਫੀ ਡੀਪਲੀ ਐਕਸਪਲੇਨ ਕਰਾਂਗੇ। ਸੋ ਹੁਣ ਦੇਖੋ ਸਿੰਪਲੀ ਕਿ ਆਪਾਂ ਹੁਣ ਜਿਹੜੇ 2 ਪੁਆਇੰਟਸ ਕੀਤੇ ਆ ਉਹ ਕਿਹੜੇ ਕਿਹੜੇ ਹੋ ਗਏ। ਉਹਦੇ ਵਿੱਚ ਇਨਵੈਸਟਮੈਂਟ ਜਿਹੜੀ ਉਹ ਅਲੱਗ-ਅਲੱਗ ਤਰੀਕੇ ਦੀ ਚਾਹੀਦੀ ਆ। ਫਸਟ ਸੀਗੀ ਸਮੋਲ ਸਕੇਲ, ਠੀਕ ਹੈ, ਸੈਕਿੰਡ ਸੀਗੀ ਲਾਰਜ। ਹੁਣ ਇਹਦਾ ਟੇਬਲ ਦੇਖੋ ਕਿ ਮੈਨੂਫੈਕਚਰਿੰਗ ਦੇ ਲਈ ਔਰ ਇੱਧਰ ਸੀਗੀ ਸਰਵਿਸ ਦੇ ਲਈ, ਠੀਕ ਹੈ। ਇਹਦੇ ਵਿੱਚ ਮੈਨੂਫੈਕਚਰਿੰਗ ਦੇ ਲਈ ਕਿੰਨੀ ਚਾਹੀਦੀ ਸੀ ਆਪਾਂ ਨੂੰ, 5 ਕਰੋੜ CR, ਔਰ ਇਹਦੇ ਵਿੱਚ ਮੋਰ ਦੈਨ 10 ਕਰੋੜ, ਠੀਕ ਹੈ। ਇਹਦੇ ਵਿੱਚ ਆਪਾਂ ਨੂੰ ਕਿੰਨੀ ਕਿਹਾ ਸੀਗਾ ਸਰਵਿਸ ਦੇ ਲਈ 2 ਕਰੋੜ, ਠੀਕ ਹੈ। ਇਹਦੇ ਵਿੱਚ ਕਿਹਾ ਸੀਗਾ ਮੋਰ ਦੈਨ 2 ਕਰੋੜ, ਠੀਕ ਹੈ, ਯਾਨੀ ਕਿ 2 ਕਰੋੜ ਤੋਂ ਜ਼ਿਆਦਾ। ਮੇਨ ਇਹਦੇ ਵਿੱਚ ਜਿਹੜੀ ਇਨਵੈਸਟਮੈਂਟ ਆ ਉਹ ਸਾਈਜ਼ ਦੇ ਅਕੋਰਡਿੰਗ, ਠੀਕ ਹੈ, ਵੱਡੇ ਛੋਟੇ ਹੋਣ ਦੇ ਨਾਲ ਕੀ ਆ ਬਦਲਦੀ ਰਹਿੰਦੀ ਹੈ। ਇਹ ਸੀਗੀ ਅਕੋਰਡਿੰਗ ਟੂ ਦਾ ਸਾਈਜ਼, ਠੀਕ ਹੈ। ਇਸ ਤੋਂ ਬਾਅਦ ਸੀਗੀ ਓਨਰਸ਼ਿਪ, ਪਬਲਿਕ ਸੀਗੀ ਔਰ ਪ੍ਰਾਈਵੇਟ, ਠੀਕ ਹੈ। ਪਬਲਿਕ ਯਾਨੀ ਕਿ ਜੇ ਆਪਾਂ ਕਹਿ ਸਕਦੇ ਹਾਂ ਸਰਕਾਰੀ, ਪ੍ਰਾਈਵੇਟ ਯਾਨੀ ਕਿ ਨਿੱਜੀ, ਜਿਹੜੀ ਖੁਦ ਆਪਣੇ ਲਈ ਸਟਾਰਟ ਕੀਤੀ ਹੋਵੇ। ਹੁਣ ਦੇਖੋ ਪਬਲਿਕ ਦੇ ਵਿੱਚ ਕੌਣ ਇਨਵੈਸਟਮੈਂਟ ਕਰੇਗਾ, ਗਵਰਨਮੈਂਟ, ਠੀਕ ਹੈ, ਸਟੇਟ ਔਰ ਸੈਂਟਰਲ। ਇਹਦੇ ਵਿੱਚ ਕੌਣ ਇਨਵੈਸਟਮੈਂਟ ਕਰੇਗਾ, ਨੋਰਮਲ ਪਬਲਿਕ, ਇੰਡੀਵਿਜੂਅਲ ਕੋਈ ਵੀ ਇਕੱਲਾ ਇਨਸਾਨ, ਕੋਈ ਔਰਗੇਨਾਈਜੇਸ਼ਨ ਸੰਸਥਾ, ਗਵਰਨਮੈਂਟ ਨਹੀਂ ਕਰੇਗੀ, ਠੀਕ ਹੈ, ਕੋਈ ਫਰਮ ਹੋ ਸਕਦੀ ਹੈ। ਇਹ ਸਾਰੇ ਜਿਹੜੀ ਕਿ ਇਨਵੈਸਟਮੈਂਟ ਕਰਨਗੇ। ਜਿਹੜਾ ਲਾਸਟ ਆ ਉਹਦੇ ਵਿੱਚ 2 ਪੁਆਇੰਟ ਨੇ, ਇਹ ਕਾਫੀ ਜ਼ਿਆਦਾ ਕਹਿ ਦਈਏ ਕਿ ਲਾਰਜ ਕੰਸੈਪਟ ਆ। ਸਾਰਾ ਚੈਪਟਰ ਹੀ ਇਹਨਾਂ 2 ਪੁਆਇੰਟਸ ਦੇ ਨਾਲ ਜੁੜਿਆ ਹੋਇਆ, ਉਹ ਆਪਾਂ ਕੱਲ੍ਹ ਦੇ ਵਿੱਚ ਟੋਪਿਕ ਦੇ ਵਿੱਚ ਡਿਸਕਸ ਕਰਾਂਗੇ। ਸੋ ਅੱਜ ਦੇ ਟੋਪਿਕ ਦੇ ਵਿੱਚ ਅਗਰ ਕੋਈ ਡਾਊਟ ਆ ਤੁਸੀਂ ਪੁੱਛ ਸਕਦੇ ਹੋ, ਔਰ ਕੋਈ ਵੀ ਤੁਹਾਡੇ ਪਿਛਲੇ ਚੈਪਟਰ ਦੇ ਵਿੱਚ ਕੋਈ ਚੀਜ਼ ਨਹੀਂ ਪਤਾ ਲੱਗੀ ਤੁਸੀਂ ਉਹ ਕਲੀਅਰ ਕਰ ਸਕਦੇ ਹੋ। ਐਂਡ ਥੈਂਕ ਯੂ, ਹੈਵ ਅ ਨਾਈਸ ਡੇ।